ਅੱਜ ਦੀ ਕਹਾਣੀ ਕਪੱਤੀ ਜਨਾਨੀ। ਕਿਰਪਾ ਕਰਕੇ ਕਹਾਣੀ ਨੂੰ ਅੰਤ ਤੱਕ ਸੁਣਿਓ। ਹਰ ਸਵੇਰ ਦੀ ਇਹੀ ਕਹਾਣੀ ਸੀ। ਗੁਆਂਢੀ ਦੇ ਘਰ ਵਿੱਚ ਇਸ ਨਿੱਤ ਦੀ ਲੜਾਈ ਅਤੇ ਰੌਲੇ ਰੱਪੇ ਤੋਂ ਹਰ ਕੋਈ ਪਰੇਸ਼ਾਨ ਸੀ। ਇਸ ਘਰ ਵਿੱਚ ਮਾਂ-ਬਾਪ, ਇੱਕ ਪੁੱਤਰ ਅਤੇ 2 ਧੀਆਂ ਸਮੇਤ ਕੁੱਲ 5 ਮੈਂਬਰ ਹਨ। ਪਿਤਾ ਕਿਸੇ ਨੌਕਰੀ ਤੋਂ ਸੇਵਾ ਮੁਕਤ ਹੋਇਆ ਹੈ। ਮਾਂ ਘਰੇਲੂ ਔਰਤ ਹੈ। ਪੁੱਤਰ ਅਤੇ ਵੱਡੀ ਧੀ ਕਿਤੇ ਨੌਕਰੀ ਕਰ ਰਹੇ ਹਨ ਅਤੇ ਸਭ ਤੋਂ ਛੋਟੀ ਧੀ ਕਾਲਜ ਵਿੱਚ ਪੜ੍ਹ ਰਹੀ ਹੈ। ਯਾਨੀ ਕਿ ਹਰ ਰੋਜ਼ ਸਵੇਰੇ ਘਰੋਂ ਨਿਕਲਣ ਵਾਲਿਆਂ ਵਿੱਚ ਪੁੱਤਰ ਅਤੇ ਦੋਵੇਂ ਧੀਆਂ ਵੀ ਹਨ, ਜੋ ਤਿਆਰੀਆਂ ਦੇ ਨਾਲ-ਨਾਲ ਸਵੇਰੇ-ਸਵੇਰੇ ਬੱਸ ਫੜਨ ਦੀ ਕਾਹਲੀ ਵਿੱਚ ਹਨ। ਜਦੋਂ ਕਿ ਮਾਂ-ਪਿਓ ਘਰ ਹੀ ਰਹਿੰਦੇ ਹਨ। ਇਸ ਘਰ ਵਿੱਚ ਝਗੜੇ ਦੀ ਜੜ ਇਹ ਹੈ ਕਿ ਹਰ ਕੋਈ ਘਰ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ ਸੀ ਅਤੇ ਹਰ ਕੋਈ ਸ਼ੌਂਕ ਦੇ ਨਾਲ ਧੋਤੇ ਅਤੇ ਪ੍ਰੈਸ ਕੀਤੇ ਕੱਪੜੇ, ਪੱਕਿਆ ਪਕਾਇਆ ਖਾਣਾ ਅਤੇ ਤਿਆਰ ਨਾਸ਼ਤਾ ਚਾਹੁੰਦਾ ਸੀ। ਜਿੱਥੇ ਸਾਰੇ ਲੋਕ ਮੌਜ ਮਸਤੀ ਕਰ ਰਹੇ ਸਨ ਅਤੇ ਮੌਜ ਮਸਤੀ ਕਰਨ ਲਈ ਬਾਹਰ ਜਾ ਰਹੇ ਸਨ, ਦੂਜੇ ਪਾਸੇ ਉਹਨਾਂ ਦੀ ਮਾਂ, ਜਿਸ ਨੂੰ ਉਹਨਾਂ ਦੀ ਸਾਰੀ ਤਿਆਰੀ ਕਰਨੀ ਚਾਹੀਦੀ ਹੈ, ਉਲਟਾ ਉਹੀ ਔਰਤ ਵੀ ਇੱਕ ਤਰ੍ਹਾਂ ਨਾਲ ਜਿਸ ਘਰ ਵਿੱਚ ਕਲੇਸ਼ ਦਾ ਕਾਰਨ ਬਣੀ ਹੋਈ ਸੀ। ਕਿਉਂਕਿ ਇਹ ਔਰਤ ਨੂੰ ਇਹ ਲੱਗਦਾ ਸੀ ਕਿ ਉਸ ਤੋਂ ਬਿਨਾਂ ਘਰ ਦਾ ਕੋਈ ਕੰਮ ਕਰਨ ਲਈ ਤਿਆਰ ਨਹੀਂ। ਉਲਟਾ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਦਿਖਾਉਂਦੀ ਸੀ ਕਿ ਧਰਤੀ 'ਤੇ ਉਸ ਤੋਂ ਵੱਧ ਕੋਈ ਸਾਫ਼ ਸੁਥਰਾ ਤੇ ਮਨ ਦਾ ਪਵਿੱਤਰ ਨਹੀਂ ਹੈ ਅਤੇ ਨਾ ਹੀ ਉਸ ਤੋਂ ਵੱਧ ਰੱਬ ਨੂੰ ਮੰਨਣ ਵਾਲਾ ਕੋਈ ਹੈ। ਹੁਣ ਉਸ ਘਰ 'ਚ ਸਿਰਫ ਉਸ ਦਾ ਘਰ ਵਾਲਾ ਹੀ ਰਹਿ ਗਿਆ ਹੈ, ਜਿਸ ਨੇ ਨਾ ਸਿਰਫ ਸਾਰੀ ਉਮਰ ਕਮਾਈ ਕਰਕੇ ਸਾਰਿਆਂ ਨੂੰ ਪੜ੍ਹਾਇਆ ਸੀ, ਸਗੋਂ ਉਹ ਘਰ ਵੀ ਉਸਨੇ ਖਰੀਦ ਲਿਆ ਸੀ, ਜਿਸ ਵਿੱਚ ਗੱਦਾਰਾਂ ਦਾ ਸਾਰਾ ਪਰਿਵਾਰ ਆਨੰਦ ਮਾਣ ਰਿਹਾ ਸੀ। ਗਰੀਬ ਬੁੱਢੇ ਦੇ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਹੋਰ ਵੀ ਦੁੱਖ ਆ ਗਿਆ ਸੀ। ਕਹਾਣੀ ਇਹ ਹੈ ਕਿ ਜਦੋਂ ਸਵੇਰੇ ਪੁੱਤਰ ਅਤੇ ਦੋਵੇਂ ਧੀਆਂ ਦਾ ਬਾਹਰ ਜਾਣ ਦਾ ਸਮਾਂ ਸੀ, ਉਸੇ ਸਮੇਂ ਉਹਨਾਂ ਦੀ ਮਾਂ ਦੀ ਪੂਜਾ ਕਰਨ ਦਾ ਸਮਾਂ ਸੀ। ਇਸ ਸਮੇਂ ਉਸ ਦਾ ਕਿਸੇ ਨਾਲ ਕੋਈ ਮਤਲਬ ਨਹੀਂ ਸੀ। ਉਹ ਘਰ ਦੇ ਇੱਕ ਕੋਨੇ ਵਿੱਚ ਬਣੇ ਛੋਟੇ ਜਿਹੇ ਮੰਦਰ ਵਰਗੀ ਥਾਂ ਵਿੱਚ ਬੈਠੀ ਰਹਿੰਦੀ ਸੀ। ਉਸ ਦੀ ਪੂਜਾ ਵੀ ਕੋਈ ਛੋਟੀ ਪੂਜਾ ਨਹੀਂ ਸੀ, ਸਗੋਂ ਉਹ ਘੰਟਿਆਂ ਬੱਧੀ ਬੈਠ ਕੇ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਕੰਮ ਕਰਦੀ ਸੀ। ਇੱਥੇ ਤਾਂ ਦੋਹਾਂ ਵਿੱਚੋਂ ਕੋਈ ਵੀ ਕੁੜੀ ਰਸੋਈ ਵਿੱਚ ਜਾਣ ਲਈ ਤਿਆਰ ਨਹੀਂ ਸੀ, ਪਰ ਉਹਨਾਂ ਨੂੰ ਵੀ ਘੰਟਿਆਂ ਬੱਧੀ ਨਹਾਉਣ ਅਤੇ ਕੱਪੜੇ ਪਾ ਕੇ ਤਿਆਰੀ ਕਰਨੀ ਪੈਂਦੀ ਸੀ। ਆਖਰਕਾਰ ਜਦੋਂ ਉਹ ਬਾਹਰ ਜਾਂਦੀਆਂ ਹਨ ਤਾਂ ਉਹਨਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੁੰਦਾ ਹੈ, ਸਭ ਤੋਂ ਸੁੰਦਰ ਦਿਖਣਾ ਹੁੰਦਾ ਹੈ। ਇਹ ਉਹਨਾਂ ਦੀ ਫਿਤਰਤ 'ਚ ਸੀ। ਜੇ ਮੁੰਡਾ ਬਾਹਰ ਅਫਸਰ ਹੈ ਤਾਂ ਘਰ ਦਾ ਵੀ ਅਫਸਰ ਹੈ। ਉਹ ਵੀ ਕੋਈ ਘਰ ਦਾ ਕੰਮ ਕਿਉਂ ਕਰਦਾ, ਪਰ ਉਹ ਵੀ ਸਭ ਕੁਝ ਤਿਆਰ ਚਾਹੁੰਦਾ ਸੀ। ਪ੍ਰੈਸ ਕੱਪੜਿਆਂ ਤੋਂ ਲੈ ਕੇ ਟਿਫਨ ਅਤੇ ਖਾਣ ਲਈ ਚਾਹ ਸਨੈਕਸ ਤੱਕ। ਇਹਨਾਂ ਸਾਰੇ ਕੰਮਾਂ ਨੂੰ ਲੈ ਕੇ ਸਾਰੇ ਘਰ ਵਿੱਚ ਰੌਲਾ ਰੱਪਾ ਹੈ, ਪਰ ਕੋਈ ਕਾਹਲੀ ਵਿੱਚ ਹੈ, ਪਰ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦਾ ਅਤੇ ਦੂਜੇ ਪਾਸੇ ਮਾਂ ਰੱਬ ਦੇ ਦਰਬਾਰ ਵਿੱਚ ਬੈਠ ਕੇ ਰੱਬ ਨਾਲ ਗੱਲਾਂ ਕਰ ਰਹੀ ਹੈ। ਇਹ ਉਸ ਦਾ ਨਿੱਤ ਦਾ ਕੰਮ ਹੈ। ਜਦੋਂ ਤੱਕ ਉਹ ਹਰ ਤਰ੍ਹਾਂ ਨਾਲ ਪਰਮਾਤਮਾ ਨੂੰ ਖੁਸ਼ ਨਹੀਂ ਕਰ ਲੈਂਦੀ, ਉਦੋਂ ਤੱਕ ਕੋਈ ਉਸ ਨੂੰ ਕਿਸੇ ਹੋਰ ਕੰਮ ਲਈ ਮੰਦਰ 'ਚੋਂ ਉਠਾਉਣ ਦੀ ਹਿੰਮਤ ਨਹੀਂ ਕਰਦਾ ਹੈ। ਪਰ ਮੰਦਰ ਵਿੱਚੋਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਕਿ ਤੁਸੀਂ ਚਾਹ ਬਣਾ ਲਈ ਹੈ, ਨਾਸ਼ਤਾ ਕਰ ਲਿਆ ਹੈ, ਹੁਣ ਘੱਟੋ ਘੱਟ ਆਟਾ ਤਾਂ ਗੁੰਨੋ, ਉਹ ਭਾਈ ਬੇਟਾ ਤਾਂ ਭੁੱਖਾ ਹੀ ਰਹੇਗਾ, ਅੱਜ ਕੁੜੀਆਂ ਨੂੰ ਖਾਣ ਲਈ ਕੁਝ ਮਿਲੇਗਾ ਜਾਂ ਨਹੀਂ। ਹੁਣ ਜਦੋਂ ਘਰ ਦਾ ਮੁਖੀ ਦੇਖਦਾ ਸੀ ਕਿ ਬੱਚਿਆਂ ਦੇ ਖਾਣ ਪੀਣ ਅਤੇ ਚਾਹ ਨਾਸ਼ਤੇ ਲਈ ਕੋਈ ਥਾਂ ਨਹੀਂ ਹੈ, ਉੱਪਰੋਂ ਉਸ ਔਰਤ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ, ਤਾਂ ਉਹ ਡਰਦਾ ਥੱਕ ਕੇ ਉੱਠਿਆ ਅਤੇ ਬਿਨਾਂ ਕਿਸੇ ਕਾਰਨ ਰਸੋਈ ਵਿੱਚ ਚਲਾ ਗਿਆ। ਰਸੋਈ ਵਿੱਚ ਜਾ ਕੇ ਉਸਨੇ ਚਾਹ ਬਣਾਈ, ਆਟਾ ਗੁੰਨਿਆ, ਸਬਜ਼ੀ ਕੱਟੀ। ਉਸਨੇ ਮਨ 'ਚ ਸੋਚਿਆ ਕਿ ਹੁਣ ਚੱਲ ਕੇ ਦੇਖੀਏ ਕਿ ਪੂਜਾ ਕਿੰਨੀ ਦੇਰ ਬਾਕੀ ਹੈ। ਆਖਰ ਕਰੀਬ 1.5 ਘੰਟਾ ਬੀਤ ਚੁੱਕਾ ਹੈ। ਹੁਣ ਤੱਕ ਪੂਜਾ ਖਤਮ ਹੋ ਚੁੱਕੀ ਹੋਵੇਗੀ। ਪਰ ਇਹ ਕੀ ਹੈ? ਜਦੋਂ ਨਰੇਸ਼ ਨੇ ਕਿਹਾ ਕਿ ਹੁਣ ਤੁਸੀਂ ਆ ਕੇ ਰੋਟੀਆਂ ਲਾ ਦਿਓ ਅਤੇ ਸਬਜ਼ੀ ਬਣਾ ਦਿਓ, ਮੈਂ ਕੱਟ ਦਿੱਤੀ ਹੈ, ਤਾਂ ਅਚਾਨਕ ਉਸ ਦੀ ਘਰਵਾਲੀ ਦਾ ਗੁੱਸਾ 7ਵੇਂ ਆਸਮਾਨ 'ਤੇ ਪਹੁੰਚ ਗਿਆ ਸੀ। ਉਸਨੇ ਟੁੱਟ ਕੇ ਕਿਹਾ, ਸ਼ਰਮ ਕਰ, ਬੁੱਢਾ ਹੋ ਗਿਆ। ਤੁਸੀਂ ਨਹੀਂ ਦੇਖਿਆ ਕਿ ਠਾਕਰ ਜੀ ਅਜੇ ਤੱਕ ਨਹੀਂ ਜਾਗੇ ਹਨ? ਹੁਣ ਆਰਤੀ ਕਰਕੇ ਠਾਕਰ ਜੀ ਨੂੰ ਜਗਾਉਣ ਦਾ ਸਮਾਂ ਹੈ।
ਨਰੇਸ਼ ਨੇ ਮਨ 'ਚ ਸੋਚਿਆ ਕਿ ਜੇਕਰ ਠਾਕਰ ਜੀ ਅਜੇ ਤੱਕ ਵੀ ਨਹੀਂ ਉੱਠੇ ਤਾਂ ਇਹ ਔਰਤ ਇੰਨੀ ਦੇਰ ਤੱਕ ਮੰਦਰ ਵਿੱਚ ਬੈਠੀ ਕਿਸ ਨਾਲ ਗੱਲਾਂ ਕਰ ਰਹੀ ਸੀ। ਵਿਚਾਰਾ ਨਰੇਸ਼ ਗਰੀਬ ਆਦਮੀ ਮਨ ਵਿੱਚ ਬੜਬੜਾਉਂਦਾ ਹੈ ਅਤੇ ਡਰ ਕੇ ਮੁੜ ਰਸੋਈ ਵਿੱਚ ਜਾ ਵੜਦਾ ਹੈ। ਘਰ ਵਿੱਚ ਪੂਰੀ ਤਰ੍ਹਾਂ ਜੰਗ ਵਰਗਾ ਮਾਹੌਲ ਹੈ। ਕਿਸੇ ਨੂੰ ਕੋਈ ਪ੍ਰੈਸ ਕੱਪੜਾ ਨਹੀਂ ਮਿਲ ਰਿਹਾ, ਕਿਸੇ ਦੀ ਜੁੱਤੀ ਪਾਲਿਸ਼ ਨਹੀਂ ਹੋ ਰਹੀ, ਕਿਸੇ ਦੀ ਫਾਈਲ, ਕਿਤਾਬ ਜਾਂ ਕੋਈ ਕਾਗਜ਼ ਗਾਇਬ ਹੈ। ਨਰੇਸ਼ ਬਜ਼ੁਰਗ ਹੋਣ ਦੇ ਬਾਵਜੂਦ ਆਪਣੇ ਆਪ ਸਭ ਕੁਝ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਰੇਸ਼ ਨੇ ਆਪਣੇ ਥੱਕੇ ਹੋਏ ਹੱਥਾਂ ਨਾਲ ਰਸੋਈ ਦਾ ਬਹੁਤ ਸਾਰਾ ਕੰਮ ਕੀਤਾ ਸੀ। ਉਸਨੇ ਕੱਚੀਆਂ ਪੱਕੀਆਂ ਰੋਟੀਆਂ ਵੀ ਪਕਾ ਦਿੱਤੀਆਂ ਸਨ। ਹੁਣ ਮੈਂ ਫੋਨ ਕਰਕੇ ਦੇਖਾਂਗਾ, ਸ਼ਾਇਦ ਮੈਡਮ ਦੀ ਪੂਜਾ ਖਤਮ ਹੋ ਗਈ ਹੈ। ਪਰ ਨਹੀਂ, ਸੀਮਾ ਦੇ ਫਿਰ ਵੀ ਇੱਕ ਹੱਥ ਵਿੱਚ ਆਰਤੀ ਦੀ ਥਾਲੀ ਤੇ ਦੂਜੇ ਹੱਥ ਵਿੱਚ ਇੱਕ ਛੋਟੀ ਜਿਹੀ ਘੰਟੀ ਸੀ ਅਤੇ ਆਰਤੀ ਕਰਨ ਤੋਂ ਬਾਅਦ ਉੱਚੀ ਉੱਚੀ ਘੰਟੀ ਵਜਾ ਕੇ ਆਪਣੇ ਠਾਕਰ ਜੀ ਨੂੰ ਗੂੜੀ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਵਿੱਚ ਰੁੱਝੀ ਹੋਈ ਸੀ। ਨਰੇਸ਼ 'ਚ ਹਿੰਮਤ ਨਹੀਂ ਸੀ ਕਿ ਉਹ ਸਿੱਧਾ ਮੰਦਰ 'ਚ ਜਾ ਕੇ ਦੇਖ ਸਕੇ, ਇਸ ਲਈ ਉਹ ਫੋਨ ਕਰਕੇ ਹੀ ਉਸਨੂੰ ਬੁਲਾਉਣਾ ਚਾਹੁੰਦਾ ਸੀ। ਚਾਹ ਤਿਆਰ ਸੀ ਅਤੇ ਨਰੇਸ਼ ਨੇ ਕੁਝ ਰੋਟੀਆਂ ਲਿਆ ਕੇ ਖਾਣੇ ਦੇ ਮੇਜ਼ 'ਤੇ ਰੱਖ ਦਿੱਤੀਆਂ ਸਨ। ਤਿੰਨੋਂ ਬੱਚੇ ਨਾਸ਼ਤਾ ਕਰ ਰਹੇ ਸਨ ਜਦੋਂ ਸੀਮਾ, ਜਿਸ ਨੇ ਕਰੀਬ 2.5 ਘੰਟੇ ਮੰਦਰ ਵਿੱਚ ਬਿਤਾਏ ਸਨ, ਅਚਾਨਕ ਆ ਗਈ ਅਤੇ ਤੁਰੰਤ ਨਰੇਸ਼ ਨੂੰ ਸਖਤ ਆਵਾਜ਼ ਵਿੱਚ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਪੁੱਤਰ ਦਾ ਟਿਫਨ ਕਿੱਥੇ ਹੈ। ਇਸ 'ਤੇ ਨਰੇਸ਼ ਨੇ ਆਪਣੀ ਬੇਵਸੀ ਦਿਖਾਉਂਦਿਆਂ ਕਿਹਾ ਕਿ ਰੱਬਾ, ਮੈਂ ਰੋਟੀ ਤਾਂ ਬਣਾ ਲਈ ਹੈ ਪਰ ਸਬਜ਼ੀ ਨਹੀਂ ਪਕਾਈ। ਫਿਰ ਸਬਜ਼ੀ ਤੋਂ ਬਿਨਾਂ ਟਿਫਨ ਕਿਵੇਂ ਪੈਕ ਕਰ ਦਿੰਦਾ। ਫਿਰ ਕੀ ਸੀ, ਹੁਣ ਬੁੱਢੇ ਨਰੇਸ਼ ਦੀ ਸ਼ਾਮਤ ਹੋਣ ਵਾਲੀ ਸੀ। ਸੀਮਾ ਇੱਕਦਮ ਉਸ 'ਤੇ ਟੁੱਟ ਪਈ ਅਤੇ ਗੁੱਸੇ ਵਿੱਚ ਬੋਲੀ, ਇਹ ਤੇਰਾ ਰੋਜ਼ਾਨਾ ਦਾ ਹਿਸਾਬ ਕਿਤਾਬ ਹੈ। ਜਦੋਂ ਤੈਨੂੰ ਪਤਾ ਹੈ ਕਿ ਮੇਰਾ ਬੇਟਾ ਰੋਜ਼ ਟਿਫਨ ਲੈ ਕੇ ਜਾਂਦਾ ਹੈ ਤਾਂ ਤੂੰ ਥੋੜ੍ਹੀ ਜਲਦੀ ਨਹੀਂ ਕਰ ਸਕਦਾ। ਹੁਣ ਕੀ ਮੇਰਾ ਪੁੱਤਰ ਦਿਨ ਭਰ ਭੁੱਖਾ ਰਹੇਗਾ। ਹੇ ਰੱਬਾ, ਇਸ ਬੁੱਢੇ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਪਤਾ ਨਹੀਂ ਮੈਂ ਕੀ ਗੁਨਾਹ ਕੀਤਾ ਸੀ, ਇਹ ਬੁੱਢਾ ਮੇਰੇ ਨਸੀਬਾਂ 'ਚ ਆ ਪਿਆ। ਉਹ ਬੁੜਬੜਾਉਂਦੀ ਹੋਈ ਰਸੋਈ ਵਿੱਚ ਵੜ ਗਈ ਅਤੇ ਪਤਾ ਨਹੀਂ ਕਿਉਂ ਇੱਕ ਹੱਥ ਵਿੱਚ ਚਮਟਾ ਫੜ ਕੇ ਤੇਜ਼ੀ ਨਾਲ ਬਾਹਰ ਆਈ ਅਤੇ ਆ ਕੇ ਨਰੇਸ਼ ਦੇ ਲੱਕ 'ਚ 2 ਵਾਰ ਚਮਟਾ ਮਾਰਿਆ। ਨਰੇਸ਼ ਅਜੇ ਵੀ ਚੁੱਪ ਰਿਹਾ। ਉਹ ਬਿਨਾਂ ਕੁਝ ਕਹੇ ਸਭ ਸਹਿੰਦਾ ਰਿਹਾ। ਪੁੱਤ ਨੇ ਕਿਹਾ ਕਿ ਕੀ ਹੋਇਆ ਮੰਮੀ। ਸੀਮਾ ਨੇ ਗੁੱਸੇ ਵਿੱਚ ਚੀਕਦਿਆਂ ਕਿਹਾ, ਇੰਨੇ ਸਾਲ ਹੋ ਗਏ ਹਨ ਪਰ ਇਸ ਬੁੱਢੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਰੋਟੀ ਕਿਵੇਂ ਪਕਾਉਣੀ ਹੈ। ਵੇਖੋ ਕਿੰਨੀਆਂ ਰੋਟੀਆਂ ਸੜ ਗਈਆਂ ਹਨ। ਨਰੇਸ਼ ਨੇ ਚੁੱਪਚਾਪ ਸਭ ਕੁਝ ਬਰਦਾਸ਼ਤ ਕਰ ਲਿਆ ਸੀ। ਉਹਦੇ ਲਈ ਇਹ ਨਿੱਤ ਦੀ ਕਹਾਣੀ ਸੀ। ਰੋਜ਼ 2-4 ਚਿਮਟੇ ਸੀਮਾ ਉਹਦੇ ਮਾਰਦੀ ਰਹਿੰਦੀ ਸੀ। ਨਰੇਸ਼ ਨੂੰ ਕੋਈ ਫਿਕਰ ਨਹੀਂ ਸੀ ਕਿ ਉਸਨੂੰ ਚਿਮਟਿਆਂ ਨਾਲ ਕੁੱਟਿਆ ਗਿਆ ਹੈ। ਬਸ ਉਸ ਦੀ ਰੂਹ ਕੰਬ ਰਹੀ ਸੀ ਕਿਉਂਕਿ ਹੁਣ ਉਸਨੂੰ ਇਸ ਘਰ ਵਿੱਚ ਸਾਰਾ ਦਿਨ ਇਸ ਔਰਤ ਨਾਲ ਬਿਤਾਉਣਾ ਪੈਣਾ ਹੈ। ਘਰ ਦਾ ਸਾਰਾ ਕੰਮ, ਜਿਵੇਂ ਭਾਂਡੇ ਸਾਫ਼ ਕਰਨਾ, ਝਾੜੂ ਪੋਚਾ ਕਰਨਾ, ਕੱਪੜੇ ਧੋਣਾ, ਸਭ ਕੁਝ ਕਰਨਾ ਪੈਂਦਾ ਸੀ। ਇੰਨਾ ਹੀ ਨਹੀਂ, ਉਹ ਇਸ ਔਰਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਲਈ ਠਾਕਰ ਜੀ ਦੀ ਪੂਜਾ ਘਰ ਦੇ ਕੰਮਾਂ ਨਾਲੋਂ ਜ਼ਿਆਦਾ ਜ਼ਰੂਰੀ ਸੀ। ਭਾਵੇਂ ਇਸ ਲਈ ਉਹ ਆਪਣੇ ਪਤੀ ਨੂੰ ਚਿਮਟੇ ਨਾਲ ਕੁੱਟਦੀ ਹੈ ਅਤੇ ਇੱਕ ਦਿਨ ਦੀ ਗੱਲ ਨਹੀਂ, ਸਗੋਂ ਇਹ ਰੋਜ਼ਾਨਾ ਦੀ ਗੱਲ ਸੀ। ਉਸ ਘਟੀਆ ਔਰਤ ਦਾ ਇਹ ਨਿੱਤ ਦਾ ਰੂਟੀਨ ਸੀ। ਜਦੋਂ ਵੀ ਘਰ ਵਿੱਚ ਕੰਮ ਦੀ ਲੜਾਈ ਹੁੰਦੀ ਹੈ ਤਾਂ ਇਹ ਔਰਤ ਆਪਣੀ ਆਰਤੀ ਦੀ ਥਾਲੀ ਅਤੇ ਘੰਟੀ ਚੁੱਕ ਕੇ ਮੰਦਰ ਵਿੱਚ ਰੁੱਝ ਜਾਂਦੀ ਹੈ ਅਤੇ ਉੱਥੇ ਬੈਠ ਕੇ ਵੀ ਗਰੀਬ ਬਜ਼ੁਰਗ ਨਰੇਸ਼ ਨੂੰ ਕੰਮ ਕਰਵਾਉਣ ਦਾ ਹੁਕਮ ਦਿੰਦੀ ਹੈ। ਇਹ ਠਾਕਰ ਜੀ ਨੂੰ ਸਵੇਰੇ ਉੱਠਣ ਦਾ ਬਹਾਨਾ ਬਣਾ ਕੇ ਉੱਥੇ ਬੈਠੀ ਰਹਿੰਦੀ ਹੈ। ਹੁਣ ਸਾਰਿਆਂ ਨੇ ਸ਼ਾਮ ਨੂੰ ਘਰ ਵਾਪਸ ਆਉਣਾ ਹੈ ਅਤੇ ਰਾਤ ਦਾ ਖਾਣਾ ਵੀ ਤਿਆਰ ਕਰਨਾ ਹੈ। ਤੁਸੀਂ ਸੋਚੋਗੇ ਕਿ ਹੁਣ ਸ਼ਾਮ ਨੂੰ ਕੀ ਬਣਨਾ ਹੈ, ਤਾਂ ਜਨਾਬ ਪੂਜਾ ਤਾਂ ਸ਼ਾਮ ਨੂੰ ਵੀ ਕਰਨੀ ਹੈ। ਆਖਰ ਠਾਕਰ ਜੀ ਸਵੇਰੇ ਜਾਗਦੇ ਹਨ ਤਾਂ ਕਿ ਉਹਨਾਂ ਨੂੰ ਰਾਤ ਨੂੰ ਸਵਾਉਣਾ ਨਹੀਂ ਭਲਾ। ਫਿਰ ਤੁਸੀਂ ਆਪ ਹੀ ਸਮਝ ਜਾਓ ਕਿ ਰਾਤ ਦੇ ਖਾਣੇ ਵੇਲੇ ਫਿਰ ਕੀ ਹੋਣ ਵਾਲਾ ਹੈ। ਫਿਰ ਜਿਵੇਂ ਹੀ ਸ਼ਾਮ ਨੂੰ ਕੰਮ ਦਾ ਸਮਾਂ ਹੋਇਆ, ਸੀਮਾ ਆਪਣੇ ਮੰਦਰ ਚਲੀ ਗਈ। ਘੰਟਾ ਮੰਦਰ ਵਿੱਚ ਬੈਠ ਕੇ ਪਹਿਲਾਂ ਉਹ ਆਪਣੇ ਠਾਕਰ ਜੀ ਦੀ ਪੂਜਾ ਕਰਦੀ ਰਹੀ। ਉਹ ਉਹਨਾਂ ਨੂੰ ਕਈ ਤਰੀਕਿਆਂ ਨਾਲ ਸ਼ਾਂਤ ਕਰਦੀ, ਤਿਆਰ ਕਰਦੀ ਅਤੇ ਫਿਰ ਉਹ ਉਹਨਾਂ ਨੂੰ ਸਜਾਉਂਦੀ, ਸੋਹਣੇ ਕੱਪੜੇ ਪਹਿਨਾਉਂਦੀ। ਲਗਭਗ 1 ਘੰਟੇ ਤੱਕ ਆਰਤੀ ਕਰਨ ਤੋਂ ਬਾਅਦ ਸੌਂ ਜਾਓ ਕਹਿ ਕੇ ਉਹਨਾਂ ਨੂੰ ਸਵਾਉਂਦੀ। ਇਸ ਲਈ ਇਸ ਸਾਰੇ ਘਟਨਾਕ੍ਰਮ ਵਿੱਚ ਗਰੀਬ ਬਜ਼ੁਰਗ ਨਰੇਸ਼ ਦੀ ਜ਼ਿੰਦਗੀ ਨਰਕ ਬਣ ਗਈ ਸੀ। ਨਰੇਸ਼ ਨੂੰ ਰੋਜ਼ ਕੁੱਟਿਆ ਜਾਂਦਾ ਸੀ। ਇਸ ਬਾਰੇ ਉਸ ਦੀ ਜੀਵਨ ਸਾਥਣ ਤੇ ਬੱਚਿਆਂ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ ਸੀ।
ਪਰ ਕਿਸੇ ਨੂੰ ਨਰੇਸ਼ ਦੀ ਪਰਵਾਹ ਨਹੀਂ ਸੀ। ਸੀਮਾ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀ ਕਿ ਉਸ ਦੀ ਇਸ ਹਰਕਤ ਨਾਲ ਉਸ ਦਾ ਪਤੀ ਅਤੇ ਉਸ ਦਾ ਰੱਬ ਉਸ ਦੀ ਭਗਤੀ ਨਾਲ ਖੁਸ਼ ਹੋਣਗੇ। ਨਰੇਸ਼ ਸ਼ਾਮ ਨੂੰ ਘੜੀ ਵੱਲ ਦੇਖਦਾ ਤੇ ਮਨ 'ਚ ਡਰੀ ਵੀ ਜਾਂਦਾ ਕਿ ਬੱਚਿਆਂ ਦੇ ਆਉਣ ਦਾ ਸਮਾਂ ਹੋ ਗਿਆ। ਸੀਮਾ ਤੇ ਉੱਠਦੀ ਹੀ ਨਹੀਂ ਪਈ। ਅੱਜ ਤੇ ਇਸਨੇ ਠਾਕਰ ਜੀ ਨੂੰ ਛੇਤੀ ਸਵਾ ਦਿੱਤਾ ਤੇ ਘੰਟੀਆਂ ਦੀ ਵੀ ਕੋਈ ਆਵਾਜ਼ ਨਹੀਂ ਆ ਰਹੀ। ਆਖਰ ਕੀ ਹੋ ਰਿਹਾ ਹੈ? ਉਸਨੇ ਮਨ ਬਣਾ ਲਿਆ ਕਿ ਅੱਜ ਉਹ ਸੀਮਾ ਨੂੰ ਅੰਦਰੋਂ ਬੁਲਾ ਕੇ ਲੈ ਕੇ ਆਵੇਗਾ। ਮੰਜੀ ਤੋਂ ਉੱਠ ਕੇ ਪਹਿਲਾਂ ਉਹ ਰਸੋਈ 'ਚ ਗਿਆ ਤੇ ਪਾਣੀ ਪੀਤਾ। ਉਸਨੇ ਮਨ 'ਚ ਪੂਰਾ ਪਲਾਨ ਬਣਾਇਆ ਕਿ ਉਹ ਸੀਮਾ ਨੂੰ ਕਹੇਗਾ। ਨਰੇਸ਼ ਪਾਣੀ ਪੀ ਕੇ ਜਿਵੇਂ ਰਸੋਈ ਦੇ ਦਰਵਾਜ਼ੇ 'ਚੋਂ ਨਿਕਲਿਆ ਤਾਂ ਉਸਨੂੰ ਚੱਕਰ ਆ ਗਿਆ। ਥੰਮੀ ਨੂੰ ਹੱਥ ਪਾ ਕੇ ਉੱਥੇ ਹੀ ਸਹਾਰਾ ਲੈ ਕੇ ਉਹ ਬੈਠ ਗਿਆ। ਉਹ 10 ਮਿੰਟ ਲਗਾਤਾਰ ਨੀਚੇ ਬੈਠਾ ਸੀਮਾ ਦੀ ਉਡੀਕ ਕਰਦਾ ਰਿਹਾ ਕਿ ਉਹ ਆਉਣ ਵਾਲੀ ਹੈ ਤੇ ਉਸਨੂੰ ਆ ਕੇ ਉਠਾਵੇਗੀ। 20 ਮਿੰਟ ਹੋ ਗਏ। ਜਦੋਂ ਸੀਮਾ ਨਾ ਆਈ ਤਾਂ ਨਰੇਸ਼ ਨੇ ਸੋਚਿਆ ਕਿ ਪੂਜਾ ਆਰਤੀ ਦੀ ਕੋਈ ਆਵਾਜ਼ ਨਹੀਂ ਆ ਰਹੀ। ਨਰੇਸ਼ ਹਿੰਮਤ ਕਰਕੇ ਆਪ ਹੀ ਉੱਠਿਆ। ਜਦੋਂ ਉਹ ਮੰਦਰ ਤੱਕ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਸੀਮਾ ਅੱਖਾਂ ਬੰਦ ਕਰ ਕੰਧ ਨਾਲ ਢੋ ਲਗਾ ਕੇ ਸੁੱਤੀ ਪਈ ਹੈ। ਮੰਦਰ ਦੀ ਬੱਤੀ ਲਾਲ ਮੱਧਮ ਸੀ। ਸੀਮਾ ਬੈਠੀ ਘਰਾੜੇ ਮਾਰ ਰਹੀ ਸੀ। ਨਰੇਸ਼ ਨੇ ਦਰਵਾਜ਼ਾ ਖੜਕਾਇਆ ਪਰ ਸੀਮਾ ਨਾ ਬੋਲੀ। ਉਸਨੇ ਆਵਾਜ਼ ਮਾਰੀ ਤੇ ਦਰਵਾਜ਼ਾ ਖੜਕਾਇਆ ਕਿ ਸੀਮਾ ਇੱਕਦਮ ਡਰ ਕੇ ਉੱਠੀ। ਉਹ ਅੱਜ ਫੜੀ ਗਈ ਸੀ ਪਰ ਉਸਨੇ ਨਰੇਸ਼ ਨੂੰ ਮੰਦਿਰ 'ਚ ਬੈਠੀ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਭਗਤੀ 'ਚ ਲੀਨ ਸੀ ਤੇ ਠਾਕਰ ਜੀ ਨਾਲ ਸੁਪਨੇ 'ਚ ਗੱਲਾਂ ਕਰ ਰਹੀ ਸੀ। ਨਰੇਸ਼ ਸਮਝ ਗਿਆ ਕਿ ਇਹ ਰੱਬ ਦੇ ਨਾਮ ਤੇ ਸਭ ਨੂੰ ਡਰਾਉਂਦੀ ਹੈ। ਸੀਮਾ ਨੇ ਘੰਟੀ ਚੁੱਕ ਕੇ ਨਰੇਸ਼ ਵੱਲ ਜ਼ੋਰ ਦੀ ਸੁੱਟੀ ਤੇ ਕਿਹਾ ਕਿ ਇੱਥੋਂ ਦਫਾ ਹੋ ਜਾਓ। ਨਲਾਇਕ ਆਦਮੀ, ਰੱਬ ਤੋਂ ਡਰ। ਤੂੰ ਠਾਕਰ ਜੀ ਦੀ ਨੀਂਦ ਤੇ ਭਗਤੀ ਖਰਾਬ ਕਰ ਦਿੱਤੀ ਹੈ। ਨਰੇਸ਼ ਪੂਰਾ ਡਰਿਆ ਤੇ ਕੰਬਦਾ ਹੋਇਆ ਉੱਥੋਂ ਨਿਕਲਿਆ। ਉਸਨੇ ਹੱਥ ਜੋੜ ਕੇ ਮਾਫੀ ਮੰਗੀ। ਉਸਨੇ ਆਪਣੇ ਮੂੰਹ ਤੇ 2 ਥੱਪੜ ਆਪ ਹੀ ਮਾਰੇ ਕਿ ਉਸ ਤੋਂ ਕੀ ਪਾਪ ਹੋ ਗਿਆ। ਨਰੇਸ਼ ਰਸੋਈ 'ਚ ਗਿਆ ਤੇ ਦਾਲ ਗੈਸ ਤੇ ਚੜ੍ਹਾ ਦਿੱਤੀ। ਤੜਕੇ ਦਾ ਸਾਰਾ ਸਮਾਨ ਤਿਆਰ ਕੀਤਾ ਤੇ ਆਟਾ ਗੁੰਨਿਆ। ਸੀਮਾ ਦਾ ਮੂਡ ਠੀਕ ਕਰਨ ਲਈ ਉਹ ਭਿੰਡੀ ਕੱਟਣ ਲੱਗਾ ਕਿ ਦਾਲ ਨਾਲ ਭਿੰਡੀ ਬਣਾ ਕੇ ਤਿਆਰ ਕਰ ਦੇਣਾ। ਸੀਮਾ 1 ਘੰਟੇ ਬਾਅਦ ਆਈ ਤੇ ਲਗਭਗ ਸਾਰਾ ਖਾਣਾ ਤਿਆਰ ਸੀ। ਹੁਣ ਤੁਸੀਂ ਹੀ ਦੱਸੋ ਕਿ ਇਹ ਕਿਹੋ ਜਿਹੀ ਭਗਤੀ ਹੈ? ਇਸ ਨਾਲ ਕੀ ਪ੍ਰਾਪਤੀ ਹੋਣੀ ਹੈ? ਕਹਾਵਤ ਹੈ ਕਿ ਕੰਮ ਪੂਜਾ ਹੈ, ਪਰ ਇਸ ਔਰਤ ਨੂੰ ਕੌਣ ਸਮਝਾਏ ਕਿ ਉਹ ਜੋ ਕੁਝ ਕਰ ਰਹੀ ਹੈ ਉਹ ਸਿਰਫ ਦਿਖਾਵਾ ਹੈ ਅਤੇ ਕੁਝ ਨਹੀਂ। ਤੁਹਾਨੂੰ ਸਾਡੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਣਗੀਆਂ ਜਿੱਥੇ ਕਈ ਥਾਵਾਂ ਤੇ ਔਰਤਾਂ ਅਤੇ ਕੁਝ ਥਾਵਾਂ ਤੇ ਮਰਦ ਜਾਣ-ਬੁੱਝ ਕੇ ਅਜਿਹਾ ਢੋਂਗ ਰਚਦੇ ਹਨ ਤਾਂ ਜੋ ਹਰ ਕਿਸੇ ਦਾ ਧਿਆਨ ਉਹਨਾਂ ਦੇ ਮੁੱਖ ਕੰਮਾਂ ਜਾਂ ਉਹਨਾਂ ਦੇ ਅਸਲ ਫਰਜ਼ਾਂ ਤੋਂ ਭਟਕਾਇਆ ਜਾ ਸਕੇ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।